ਗਿਆਨੀ ਹਰਪ੍ਰੀਤ ਸਿੰਘ ਨੂੰ ਮਿਲਣ ਪਹੁੰਚੇ ਬਲਵਿੰਦਰ ਸਿੰਘ ਭੂੰਦੜ ਦਮਦਮਾ ਸਾਹਿਬ ਪਹੁੰਚ ਕੇ ਕੀਤੀ ਮੁਲਾਕਾਤ। ਅੰਮ੍ਰਿਤਸਰ 'ਚ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਵੀ ਮਿਲਿਆ ਅਕਾਲੀ ਦਲ ਦਾ ਵਫਦ। ਅਕਾਲੀ ਦਲ ਦੇ ਬਾਗੀ ਧੜੇ ਨੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨਾਲ ਜੁਟਾਈ ਇਕਜੁੱਟਤਾ। ਸਿੰਘ ਸਾਹਿਬ ਦੀ ਰਿਹਾਇਸ਼ ਤੇ ਪਹੁੰਚ ਕੇ ਕੀਤੀ ਮੁਲਾਕਾਤ। ਕਿਹਾ ਜਥੇਦਾਰ ਸਾਹਿਬ ਖਿਲਾਫ ਬਿਆਨ ਦੇਣ ਵਾਲਿਆਂ ਤੇ ਹੋਵੇ ਕਾਰਵਾਈ। ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦਾ ਅਸਤੀਫਾ ਨਾ ਮਨਜ਼ੂਰ। ਐਸਜੀਪੀਸੀ ਪ੍ਰਧਾਨ ਹਰਜਿੰਦਰ ਧਾਮੀ ਨੇ ਰੱਦ ਕੀਤਾ ਅਸਤੀਫਾ। ਬੋਲੇ ਕੌਮ ਨੂੰ ਗਿਆਨੀ ਹਰਪ੍ਰੀਤ ਸਿੰਘ ਦੀਆਂ ਸੇਵਾਵਾਂ ਦੀ ਬਹੁਤ ਲੋੜ। ਜਥੇਦਾਰ ਰਘਬੀਰ ਸਿੰਘ ਨੂੰ ਮਿਲੇ ਅਕਾਲੀ ਦਲ ਦੇ ਆਗੂ। ਜਥੇਦਾਰ ਸਾਹਿਬ ਤੋਂ ਸੁਖਬੀਰ ਬਾਦਲ ਤੇ ਜਲਦ ਫੈਸਲਾ ਲੈਣ ਦੀ ਕੀਤੀ ਅਪੀਲ। ਬੋਲੇ ਸ਼੍ਰੋਮਣੀ ਅਕਾਲੀ ਦਲ ਦੀ ਮਾਨਤਾ ਤੱਕ ਰੱਦ ਕਰਵਾਉਣ ਦੀ ਚੱਲ ਰਹੀ ਹੈ ਸਾਜ਼ਿਸ਼। ਕਈ ਸਰਕਾਰਾਂ ਇਸ 'ਚ ਸ਼ਾਮਲ। ਵਲਟੋਹਾ ਬਹਾਨੇ ਆਮ ਆਦਮੀ ਪਾਰਟੀ ਨੇ ਘੇਰਿਆ ਅਕਾਲੀ ਦਲ। ਕਿਹਾ ਇੱਕ ਸੀਟ ਤੇ ਸਿਮਟੀ ਪਾਰਟੀ 'ਚ ਅਜੇ ਵੀ ਹੰਕਾਰ। ਸ਼੍ਰੋਮਣੀ ਅਕਾਲੀ ਦਲ ਨੇ ਨਿੱਜੀ ਲਾਹੇ ਲਈ ਸਿੱਖ ਸੰਸਥਾਵਾਂ ਦਾ ਕੀਤਾ ਇਸਤੇਮਾਲ। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਸਰਬਜੋਤ ਕੌਰ। ਨਿਊਜ਼ 18 ਪੰਜਾਬ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਬੁਲੇਟਿਨ ਦੀ ਸ਼ੁਰੂਆਤ ਕਰਕੇ ਸਭ ਤੋਂ ਪਹਿਲਾਂ ਗੱਲ ਕਰਾਂਗੇ ਪੰਥਕ ਸਿਆਸਤ ਦੀ, ਪੰਥਕ ਗਲਿਆਰਾ ਦੀ, ਜਿਸ 'ਚ ਭੂਚਾਲ ਆਇਆ ਹੋਇਆ ਹੈ ਤੇ ਹੁਣ ਮੁਲਾਕਾਤਾਂ ਦਾ ਦੌਰ ਲਗਾਤਾਰ ਜਾਰੀ ਹੈ। ਗਿਆਨੀ ਹਰਪ੍ਰੀਤ ਸਿੰਘ ਨੂੰ ਮਿਲਣ ਪਹੁੰਚੇ ਨੇ ਬਲਵਿੰਦਰ ਸਿੰਘ ਭੂੰਦੜ। ਨਾਲ ਰਹਿਣਗੇ ਜੋ ਵੀ ਹੁਕਮ ਇਸ ਪਾਸੇ ਵੱਲ ਜਦੋਂ ਤਖਤ ਦੇ ਉੱਤੇ ਜਾਂ ਇਹਨਾਂ ਸੰਸਥਾਵਾਂ ਦੇ ਉੱਤੇ ਕੋਈ ਅਟੈਕ ਹੋਏਗਾ, ਸਾਨੂੰ ਕਿਧਰੋਂ ਹੋਏਗਾ ਤੇ ਅਸੀਂ ਬਤੌਰ ਸਿੱਖ ਉਸ ਦੇ ਵਿੱਚ ਸ਼ਾਮਲ ਹੋਵਾਂਗੇ ਔਰ ਉਹਦਾ ਵਿਰੋਧ ਕਰਾਂਗੇ। ਧੰਨਵਾਦ ਜੀ, ਧੰਨਵਾਦ। ਦੇਖੋ ਸਾਡੇ ਤਖਤ ਸ੍ਰੀ ਦਮਦਮਾ ਸਾਹਿਬ ਦੇ ਨੇੜੇ ਪਿੰਡਾ ਮੇਰਾ ਬਣਾਲੀ ਸਾਡਾ ਇਲਾਕਾ ਗਾ। ਜੋ ਕੁਛ ਕੱਲ ਸਿੰਘ ਸਾਹਿਬ ਨੇ ਰੋ ਕੇ ਤਕਰੀਰ ਕੀਤੀ ਆ, ਉਹਦੇ ਨਾਲ ਬੱਚੇ ਦੀਆਂ ਕੌਮ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਆ। ਕਿਸ ਤਰ੍ਹਾਂ ਇੱਕ ਪਾਰਟੀ ਜਿਹੜੀ ਪੰਥ ਦੇ ਨਾਂ ਤੇ ਹਮੇਸ਼ਾ ਸਿਆਸਤ ਕਰਦੀ ਆ, ਜਿਸ ਨੇ ਮੁਲਾਕਾਤਾਂ ਦਾ ਦੌਰ ਲਗਾਤਾਰ ਜਾਰੀ ਹੈ। ਇੱਕ ਇੱਕ ਕਰਕੇ तमाम ਸ਼ਖਸੀਅਤਾਂ ਨੇ ਜੋ ਜਥੇਦਾਰ ਸਾਹਿਬ ਹਰਪ੍ਰੀਤ ਸਿੰਘ ਨੇ ਉਹਨਾਂ ਦੀ ਰਿਹਾਇਸ਼ ਤੇ ਪਹੁੰਚ ਰਹੇ ਨੇ ਤੇ ਮੁਲਾਕਾਤ ਕਰ ਰਹੇ ਨੇ। ਸਵੇਰ ਦੇ ਵੇਲੇ ਅਸੀਂ ਦੇਖਿਆ ਕਿਸ ਤਰੀਕੇ ਦੇ ਨਾਲ ਅਕਾਲੀ ਦਲ ਸੁਧਾਰ ਲਹਿਰ ਦੇ ਕਈ ਆਗੂ ਨੇ ਜਥੇਦਾਰ ਸਾਹਿਬ ਦੇ ਨਾਲ ਗਿਆਨੀ ਹਰਪ੍ਰੀਤ ਸਿੰਘ ਦੇ ਨਾਲ ਮੁਲਾਕਾਤ ਕੀਤੀ ਗਈ ਸੀ। ਹਾਲਾਂਕਿ ਅਪੀਲ ਉਹਨਾਂ ਨੂੰ ਕੀਤੀ ਗਈ ਕਿ ਜੋ ਅਸਤੀਫਾ ਉਹਨਾਂ ਦੇ ਵੱਲੋਂ ਦਿੱਤਾ ਗਿਆ ਹੈ ਉਸ ਨੂੰ ਅਸਤੀਫੇ ਨੂੰ ਵਾਪਸ ਲਿਆ ਜਾਏ। ਕੌਮ ਨੂੰ ਜਥੇਦਾਰ ਸਾਹਿਬ ਦੀ ਬਹੁਤ ਲੋੜ ਹੈ। ਮੇਰੇ ਸਹਿਯੋਗੀ ਨਪਿੰਦਰ ਬਰਾੜ ਲਾਈਵ जुड़े हुए ने। नपिंदर जानना चाहेंगे बलविंदर सिंह भूंदड़ जो कार्यकारी प्रधान ने ते जो जथेदार साहब ने वो मीटिंग होने भी जारी है कि खत्म हो चुकी है ते होर केड़े-केड़े आगू ने लीडर्स ने बड़े चेहरे ने वो पहुंच रहे हैं और जिस तरह दे उन्होंने वलटोहा नूं लैके कई सवाल भी खड़े कीते। मुलाकात करके आए हूँ, अज की गलबात हुई, इस वेले जथेदार साहब दा की स्नेहा? देखो जथेदार साहब चढ़दी कला दे विच ने। ਅਸੀਂ ਮੇਰਾ ਇਲਾਕਾ ਨਾਲ ਹੋਣ ਕਰਕੇ ਅਕਾਲ ਤਖਤ ਸ੍ਰੀ ਦਮਦਮਾ ਸਾਹਿਬ ਦੇ ਨਿੱਜੀ ਤੌਰ ਤੇ ਜਥੇਦਾਰ ਸਾਹਿਬ ਨੂੰ ਮਿਲਣਾ ਹੈ। ਕੱਲ ਜਿਸ ਨੇ ਵੀ ਵੀਡੀਓ ਵੇਖੀ ਜਦੋਂ ਅਸਤੀਫਾ ਦਿੱਤਾ ਤੇ ਸਭ ਦੀਆਂ ਅੱਖਾਂ ਭਰ ਆਈਆਂ। ਕੌਮ ਦੇ ਜਥੇਦਾਰ ਸਾਹਿਬਾਨਾਂ ਨੂੰ ਚੈਲੰਜ ਕੀਤਾ ਜਾ ਰਿਹਾ, ਧਮਕਾਇਆ ਜਾ ਰਿਹਾ, ਉਹਨਾਂ ਦੀਆਂ ਬੱਚੀਆਂ ਬਾਰੇ ਬੋਲਿਆ ਜਾ ਰਿਹਾ, ਉਹਨਾਂ ਨੂੰ ਟਰੋਲ ਕੀਤਾ ਜਾ ਰਿਹਾ। ਤੇ ਮੈਂ ਕਹਿੰਦਾ ਐਦੂ ਸ਼ਰਮ ਦੀ ਗੱਲ ਹੈ ਨਹੀਂ ਕਿ ਅਕਾਲੀ ਦਲ ਇਹਦੇ ਬਾਰੇ ਬੋਲਿਆ ਨਹੀਂ, ਐਸਜੀਪੀਸੀ ਵੀ ਨਹੀਂ ਬੋਲੀ। ਜਦੋਂ ਲੋਕਾਂ ਦਾ ਦਬਾਅ ਬਣਿਆ, ਸੰਗਤ ਦਾ ਦਬਾਅ ਬਣਿਆ, ਸੰਪਰਦਾਵਾਂ ਦਾ ਦਬਾਅ ਬਣਿਆ, ਉਸ ਵੇਲੇ ਬੋਲੇ ਨੇ। ਉਹ ਤੁਸੀਂ ਦੇਖਿਆ ਹੋਣਾ ਕਿ ਕਿਹਾ ਅਸਤੀਫਾ ਇਹਦੇ ਕੱਢੋ ਪਾਰਟੀ ਦੇ ਵਿੱਚੋਂ 10 ਸਾਲ ਲਈ, ਉਹਦਾ ਉਲਟਾ ਅਸਤੀਫਾ ਪ੍ਰਵਾਨ ਕਰ ਲਿਆ। ਮੈਂ ਕਹਿੰਦਾ ਵਿਰਸਾ ਬਲਟੋਹੇ ਨੇ ਜਿਹੜੀ ਡੁੱਬੀ ਹੋਈ ਬੇੜੀ ਆ, ਜਿਹੜੀ ਉਹਦਾ ਨਾਮੋ ਨਿਸ਼ਾਨੀ ਮਿਟਾਤਾ। ਇਹ ਇੱਕ ਅਕਾਲੀ ਦਲ ਦੀ ਕੰਗਣਾ। ਇਹ ਜਿਹੜੇ ਲਾ ਕੇ ਦੇਖਦੇ ਸੀਗੇ ਕਿ ਜੇ ਜਥੇਦਾਰ ਸਾਹਿਬ ਬੋਲਦੇ ਆ, ਜਥੇਦਾਰ ਸਾਹਿਬ ਨੂੰ ਟਰੋਲ ਕਰਦੇ ਆ, ਕੀ ਆ ਪਿੱਛੇ ਹਟ ਜਾਣ। ਤੇ ਅਸੀਂ ਜਥੇਦਾਰ ਸਾਹਿਬਾਨ ਨੂੰ ਕਿਹਾ ਕਿ ਤੁਸੀਂ ਅਸਤੀਫੇ ਜਿਹੜਾ ਦਿੱਤਾ ਇਹਨੂੰ ਵਾਪਸ ਲੈ ਕੇ ਤੁਸੀਂ ਸਿੱਖ ਕੌਮ ਦੀ ਅਗਵਾਈ ਕਰਦੇ ਰਹੋ। ਜੋ ਉਹਨਾਂ ਦੀ ਮਨਸ਼ਾ ਗਈ ਉਹ ਪੂਰੀ ਨਾ ਹੋਵੇ, ਕਿਉਂਕਿ ਉਹ ਚਾਹੁੰਦੇ ਆ ਕਿ ਇਹ ਜਥੇਦਾਰ ਸਾਹਿਬਾਨ ਜਿੰਨਾ ਚਿਰ ਅਕਾਲ ਤਖਤ ਤੇ ਬੈਠੇ ਨੇ ਇਹ ਮਰਜ਼ਾਦਾ ਨੂੰ ਲਾਗੂ ਕਰਨਗੇ, ਰਹਿਤ ਮਰਜ਼ਾਦਾ ਨੂੰ ਲਾਗੂ ਕਰਕੇ ਸਾਨੂੰ ਸਜ਼ਾਵਾਂ ਮਿਲਣਗੀਆਂ। ਇਸ ਲਈ ਪਾਸੇ ਕਰਨ ਤੇ ਲੱਗੇ ਹੋਏ ਆ ਤੇ ਤੁਸੀਂ ਸੇਵਾ ਕਰੋ। ਜਥੇਦਾਰ ਜੀ ਚੜ੍ਹਦੀ ਕਲਾ ਚ। ਅੱਛਾ, ਜਥੇਦਾਰ ਸਾਹਿਬ ਦੇ ਨਾਲ ਅੱਜ ਮਿਲਣਦੇ ਬਲਵਿੰਦਰ ਸਿੰਘ ਭੂੰਦੜ ਹੋਣੀ ਵੀ ਆਏ ਨੇ ਔਰ ਇਸ ਤੋਂ ਪਹਿਲਾਂ ਅਕਾਲੀ ਦਲ ਸੁਧਾਰ ਲਹਿਰ ਦੇ ਆਗੂ ਵੀ ਆਏ ਨੇ। ਉਹਨਾਂ ਦੇ ਨਾਲ ਮੁਲਾਕਾਤ ਨੂੰ ਲੈ ਕੇ ਕੋਈ ਗੱਲਬਾਤ ਹੋਈ ਜਾਂ ਅਕਾਲੀ ਦਲ ਤੇ ਜਿਸ ਤਰ੍ਹਾਂ ਜਥੇਦਾਰ ਸਾਹਿਬ ਜਾਂ ਬਾਕੀ ਆਗੂ ਸਵਾਲ ਖੜੇ ਕਰ ਰਹੇ ਨੇ ਕਿ ਅਕਾਲੀ ਦਲ ਚੁੱਪ ਸੀ, ਐਸਜੀਪੀਸੀ ਚੁੱਪ ਰਹੀ ਸੀ, ਉਸ ਨੂੰ ਲੈ ਕੇ ਵੀ ਕਿਤੇ ਕਿਤੇ ਵੱਡਾ ਸਵਾਲ ਖੜਾ ਹੋਇਆ। ਤਾਂ ਉਹਨਾਂ ਦੀ ਮੁਲਾਕਾਤ ਜਦੋਂ ਹੋ ਰਹੀ ਹੈ ਤਾਂ ਉਸ ਤੇ ਕੋਈ ਗੱਲਬਾਤ ਹੋਈ? ਦੇਖੋ ਜਦੋਂ ਇਹਨਾਂ ਨੂੰ ਪਤਾ ਲੱਗ ਗਿਆ ਕਿ ਸਾਰੀ ਕੌਮ ਜਾਗ ਉੱਠੀ ਆ, ਸਾਰੀ ਸਿੱਖ ਕੌਮ ਦੇ ਵਿੱਚ ਦੇਸ਼ ਵਿਦੇਸ਼ ਦੇ ਵਿੱਚ ਰੋਹ ਆ ਗਾ,
ਤਾਂ ਇਹ ਹੁਣ ਡੈਮੇਜ ਕੰਟਰੋਲ ਕਰਨ ਵਾਸਤੇ ਇੱਥੇ ਆਏ ਆ। ਮੈਂ ਕਹਿੰਦਾ ਅੱਜ ਵੀ ਆ ਗਏ, ਅੱਜ ਵੀ ਦੱਸ ਕੇ ਜਾਣ ਬਲਵਿੰਦਰ ਸਿੰਘ ਭੂੰਦੜ ਕਾਰਜਕਾਰੀ ਪ੍ਰਧਾਨ ਕਿ ਬਿਰਸਾ ਸਿੰਘ ਬਲਟੋਹਾ ਖਿਲਾਫ ਕੀ ਕਾਰਵਾਈ ਕਰ ਰਹੇ ਹੋ, ਕਿਹੜੀਆਂ ਪਿਛਲੀਆਂ ਜਿਹੜੀਆਂ ਸ਼ਕਤੀਆਂ ਨੇ ਜਿਹੜੀਆਂ ਉਹਨੂੰ ਬੁਲਾ ਰਹੀਆਂ ਨੇ ਬਾਰ-ਬਾਰ, ਇੱਥੋਂ ਤੱਕ ਕਿ ਸਜ਼ਾ ਹੋਣ ਦੇ ਬਾਵਜੂਦ ਜਿਹੜਾ ਕਿ ਉਹ ਫੇਰ ਬੋਲ ਰਿਹਾ ਗਾ। ਅੱਜ ਵੀ ਉਹ ਅਕਾਲ ਤਖਤ ਸਾਹਿਬ ਨੂੰ ਚੈਲੰਜ ਕਰ ਰਿਹਾ ਗਾ ਤੇ ਇਹਦੇ ਪਿੱਛੇ ਉਹ ਸ਼ਕਤੀ ਆ ਜਿਹੜੇ ਕਹਿੰਦੇ ਆ ਕਿ ਸਾਡਾ ਕਿਤੇ ਨਾ ਕਿਸੇ ਖਹਿੜਾ ਛੁੱਟ ਜੇ। ਕਦੇ ਦੋਸ਼ੀ ਕਹਿੰਦਾ ਦੇਖਿਆਗਾ ਕਿ ਮੈਨੂੰ ਸਜ਼ਾ ਛੇਤੀ ਦਿਓ ਜੱਜ ਨੂੰ? ਇਹ ਕਹਿੰਦੇ ਜੀ ਸਜ਼ਾ ਸੁਣਾਓ ਸਾਡੇ ਮੁਤਾਬਕ, ਜਾਣੀ ਕਿ ਉਹਨੂੰ ਗਾਈਡ ਕਰ ਰਿਹਾ ਅਕਾਲ ਤਖਤ ਸਾਹਿਬ ਨੂੰ, ਜਦੋਂ ਕਿ ਇਹਨਾਂ ਨੂੰ ਪਤਾ ਸਾਨੂੰ ਸਜ਼ਾ ਵੀ ਵੱਡੀ ਮਿਲਣ ਵਾਲੀ ਆਗੀ, ਅਸੀਂ ਬਚ ਨਹੀਂ ਸਕਦੇ। ਇਸ ਕਰਕੇ ਟਰੋਲ ਕਰਕੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਜੀਆਂ ਨੂੰ ਧਮਕੀਆਂ ਦੇ ਕੇ ਇੱਕ ਵਾਰੀ ਪਾਸੇ ਕਰਨਾ ਚਾਹੁੰਦੇ ਆ ਕਿ ਜਿਹੜੀਆਂ ਮਾੜਾਈਆਂ ਪਿਛਲੇ ਸਮੇਂ 'ਚ ਕਰਦੇ ਆਏ ਆ, ਜਿਵੇਂ ਇਹਨਾਂ ਨੇ ਅਕਾਲ ਤਖਤ ਦੀ ਮਰਜ਼ਾਦਾ ਦਾ ਘਾਣ ਕੀਤਾ, ਉਹ ਦੁਬਾਰੇ ਕਰ ਸਕਣ। ਪਰ ਜਥੇਦਾਰ ਸਾਹਿਬ ਦਾ ਮੈਂ ਧੰਨਵਾਦ ਕਰਦਾ, ਸਿੱਖ ਕੌਮ ਧੰਨਵਾਦ ਕਰਦੀ ਇਹਨਾਂ ਦਾ ਤੇ ਗਿਆਨੀ ਰਘਵੀਰ ਸਿੰਘ ਜੀ ਦਾ, ਜੋ ਉਹਨਾਂ ਨੇ ਰਹਿਤ ਮਰਜ਼ਾਦਾ ਦੇ ਤਹਿਤ ਫੈਸਲੇ ਲੈ ਰਹੇ ਆ, ਸਰਵਉੱਚਤਾ ਨੂੰ ਬਹਾਲ ਕਰ ਰਿਹਾ। ਅਸੀਂ ਇਕੱਲੇ ਨਹੀਂ ਗਏ, ਮੈਂ ਤਾਂ ਨਿੱਜੀ ਤੌਰ ਤੇ ਆਇਆ, ਸਾਰੀ ਕੌਮ ਹੀ ਜਥੇਦਾਰ ਸਾਹਿਬਾਨਾਂ ਖੜੀ ਆ ਤੇ ਜਿਹੜੇ ਬੰਦੇ ਚਾਲਾਂ ਚੱਲ ਰਹੇ ਉਹ ਲੋਕਾਂ ਦੇ ਸਾਹਮਣੇ ਨੰਗੇ ਹੋ ਗਏ। ਇਹ ਸੋਸ਼ਲ ਮੀਡੀਆ ਦੀ ਟਰੋਲ ਆਰਮੀ ਲਗਾਤਾਰ ਹਰਕਤ ਦੇ ਵਿੱਚ ਨਜ਼ਰ ਆਉਂਦੀ ਹੈ। ਹਾਲਾਂਕਿ ਕੋਈ ਨਹੀਂ ਕਹਿੰਦਾ ਕਿ ਸਾਡੇ ਬੰਦੇ ਨੇ, ਉਹ ਕਹਿੰਦਾ ਕਿ ਪਤਾ ਨਹੀਂ ਕੌਣ ਪੋਸਟਾਂ ਪਾਈ ਜਾ ਰਿਹਾ, ਪਤਾ ਨਹੀਂ ਕੌਣ ਕਮੈਂਟ ਕਰੀ ਜਾ ਰਿਹਾ। ਪਰ ਇਸ ਤਰ੍ਹਾਂ ਦੀ ਟਰੋਲ ਆਰਮੀ ਜਦੋਂ ਡੈਮੇਜ ਕਰਦੀ ਹੈ ਜਾਂ ਕਿਸੇ ਦੀ ਕਿਰਦਾਰਕੁਸ਼ੀ ਕਰਦੀ ਹੈ, ਉਸ ਨੂੰ ਲੈ ਕੇ ਕੋਈ ਅੰਦਰ ਗੱਲਬਾਤ ਹੋਈ, ਚਰਚਾ ਹੋਈ, ਉਸ ਨੂੰ ਲੈ ਕੇ ਜਥੇਦਾਰ ਸਾਹਿਬ ਨੇ ਕੁਝ ਟਿੱਪਣੀ ਕੀਤੀ? ਜਥੇਦਾਰ ਸਾਹਿਬ ਕਹਿੰਦੇ ਦੁਖੀ ਤਾਂ ਇਸੇ ਕਰਕੇ ਆ ਕਿ ਦੇਖੋ ਜਾਤੀ ਤੱਕ ਪਰਖੀ ਗਈ। ਇਦੋਂ ਘਟੀਆ ਹਰਕਤ ਕੀ ਹੋਊਗੀ ਕਿ ਇੱਕ ਨਿੱਜੀ ਅਟੈਕ ਕਰਨਾ, ਜਾਤੀ ਤੱਕ ਪਰਖਣੀ, ਬੱਚੀਆਂ ਤੱਕ ਬੋਲਣਾ ਤੇ ਹਰ ਇੱਕ ਗੱਲ ਨੂੰ ਅਕਾਲ ਤਖਤ ਦੇ ਜਥੇਦਾਰ ਸਾਹਿਬ ਦਾ ਲੋਕ ਸਿਰ ਝੁਕਾਉਂਦੇ ਨੇ। ਉੱਥੇ ਜਾ ਕੇ ਉਸ ਮਹਾਨ ਸ਼ਖਸੀਅਤ ਦੇ ਖਿਲਾਫ ਇੰਨਾ ਬੋਲਣਾ ਤੇ ਖਾਸ ਕਰਕੇ ਚੁੱਪ ਧਾਰਨੀ ਅਕਾਲੀ ਦਲ ਦੀ ਤੇ ਐਸਜੀਪੀਸੀ ਦੀ, ਇਹ ਸਾਰਾ ਪਤਾ ਕਿ ਕਿੱਥੋਂ ਕੁਝ ਕੰਮ ਹੋ ਰਿਹਾ। ਹਜੇ ਵੀ ਮੈਂ ਕਹਿਣਾਗਾ, ਅਸੀਂ ਕਹਿੰਦੇ ਆ ਕਿ ਬਿਰਸਾ ਸਿੰਘ ਬਲਟੋਹਾ ਨੂੰ ਸਖਤ ਸਜ਼ਾ ਦਿੱਤੀ ਜਾਵੇ। ਜਿਹੜੇ ਵੀ ਕਿਤੇ ਅਕਾਲੀ ਦਲ 'ਚ ਬੈਠੇ ਬੰਦੇ ਚੈਲੰਜ ਕਰ ਰਹੇ, ਜਿਹੜੀ ਟਰੋਲ ਆਰਮੀ ਅਕਾਲੀ ਦਲ ਦਾ ਮੀਡੀਆ ਵਿੰਗ ਆ, ਉਹਨਾਂ ਖਿਲਾਫ ਕਾਰਵਾਈ ਕੀਤੀ ਜਾਵੇ। ਤਾਂ ਬਿਰਸਾ ਸਿੰਘ ਬਲਟੋਹਾ ਦੇ ਖਿਲਾਫ ਕਹਿੰਦੇ ਨੇ ਜੀ ਸਖਤ ਕਾਰਵਾਈ ਕੀਤੀ ਜਾਵੇ। ਔਰ ਬਿਰਸਾ ਸਿੰਘ ਬਲਟੋਹਾ ਦੇ ਨਾਲ ਕਹਿੰਦੇ ਨੇ ਕਿ ਜਿਹੜੀ ਟਰੋਲ ਆਰਮੀ ਨੇ ਜਥੇਦਾਰ ਸਾਹਿਬ ਨੂੰ ਲੈ ਕੇ ਇਸ ਤਰ੍ਹਾਂ ਦੀਆਂ ਟਿੱਪਣੀਆਂ ਕੀਤੀਆਂ, ਜੋ ਕੁਝ ਸੋਸ਼ਲ ਮੀਡੀਆ ਤੇ ਪ੍ਰਚਾਰਿਆ ਗਿਆ, ਉਸ ਨੂੰ ਲੈ ਕੇ ਸਖਤ ਕਹਿੰਦੇ ਨੇ ਕਿ ਰੋਸ ਪਾਇਆ ਜਾ ਰਿਹਾ। ਖੈਰ ਹਰ ਕੋਈ ਇਸ ਵੇਲੇ ਜਥੇਦਾਰ ਸਾਹਿਬ ਦੇ ਨਾਲ ਮੁਲਾਕਾਤ ਕਰਨ ਪਹੁੰਚ ਰਿਹਾ। ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਹੋਣੀ ਅੱਗੇ ਕਿਉਂਕਿ ਉਹਨਾਂ ਦਾ ਅਸਤੀਫਾ ਜਿਹੜਾ ਨਾਮਨਜ਼ੂਰ ਹੋ ਗਿਆ, ਔਰ ਉਹਨਾਂ ਨੂੰ ਇਹੀ ਅਪੀਲ ਕੀਤੀ ਗਈ ਹੈ ਕਿ ਉਹ ਕੌਮ ਦੀ ਅਗਵਾਈ ਇਸੇ ਤਰ੍ਹਾਂ ਕਰਦੇ ਰਹਿਣ। ਕੈਮਰਾਮੈਨ ਸਨਮਪ੍ਰੀਤ ਦੇ ਨਾਲ ਨਪਿੰਦਰ ਸਿੰਘ ਬਰਾੜ, ਨਿਊਜ਼ 18 ਤਖਤ ਸ਼੍ਰੀ ਦਮਦਮਾ। ਤੇ ਜੋ ਇੱਕ ਇੱਕ ਕਰਕੇ ਨੇ तमाम ਆਗੂ ਜੋ ਨੇ ਵੱਡੀਆਂ ਸ਼ਖਸੀਅਤਾਂ ਨੇ ਉਹ ਪਹੁੰਚ ਰਹੀਆਂ ਨੇ ਦਮਦਮਾ ਸਾਹਿਬ ਦੇ ਜੋ ਜਥੇਦਾਰ ਸਾਹਿਬ ਨੇ ਗਿਆਨੀ ਹਰਪ੍ਰੀਤ ਸਿੰਘ, ਉਹਨਾਂ ਦੇ ਨਾਲ ਮੁਲਾਕਾਤ ਕਰਨ ਦੇ ਲਈ ਇੱਕ ਤਸਵੀਰ ਸਾਹਮਣੇ ਆਈ ਹੈ। ਵੀਡੀਓ ਇਨਫੈਕਟ ਤੁਸੀਂ ਦੇਖ ਪਾ ਰਹੇ ਹੋ, ਜਿਹੜੀ ਕਿ ਕੁਝ ਦਿਨ ਪਹਿਲਾਂ ਦੀ ਹੈ। ਬਲਵਿੰਦਰ ਸਿੰਘ ਭੂੰਦੜ ਇੱਥੇ ਪਹੁੰਚੇ ਤੇ ਮੁਲਾਕਾਤ ਲਗਾਤਾਰ ਜਾਰੀ। ਨਹੀਂ, ਉਹਨਾਂ ਦੇ ਵਿਚਾਰ ਤੇ ਬੜੇ ਸਪਸ਼ਟ ਹੈ। ਕੱਲ ਵੀ ਉਹਨਾਂ ਨੇ ਬੜਾ ਸਪਸ਼ਟ ਤੌਰ ਤੇ ਆਖਿਆ ਹੈਗਾ ਸੀ, ਲੇਕਿਨ ਜਿਸ ਤਰੀਕੇ ਦੀ ਸ਼ਬਦਾਵਲੀ ਇੱਕ ਰਾਜਨੀਤਿਕ ਲੀਡਰ ਵੱਲੋਂ ਇੱਕ ਧਾਰਮਿਕ ਸ਼ਖਸੀਅਤ ਦੇ ਉੱਤੇ ਜਿਹੜਾ ਕਿ ਕੌਮ ਦੀ ਅਗਵਾਈ ਕਰ ਰਿਹਾ, ਉਹਦੇ ਪ੍ਰਤੀ ਇਦਾਂ ਦੀ ਸ਼ਬਦਾਵਲੀ ਵਰਤਣੀ ਸ਼ੋਭਾ ਹੀ ਨਹੀਂ ਦਿੰਦੀ, ਨਾ ਹੀ ਇਹ ਸਿੱਖ ਧਰਮ ਦੇ ਵਿੱਚ ਇਸ ਨੂੰ ਕੋਈ ਕਬੂਲ ਕਰ ਸਕਦਾ ਹੈਗਾ। ਤੁਸੀਂ ਦੇਖੋ ਅੱਜ ਪੂਰੇ ਪੰਜਾਬ 'ਚ ਨਹੀਂ, ਪੂਰੇ ਦੁਨੀਆ ਦੇ ਵਿੱਚ ਜਿਹੜਾ ਇਸ ਚੀਜ਼ ਦਾ ਉਹ ਵਿਰੋਧ ਹੋ ਰਿਹਾ ਹੈਗਾ। ਔਰ ਨੈਚੁਰਲੀ ਇਹ ਵੀ ਅਕਾਲੀ ਦਲ ਉਸ ਦੇ ਬਾਵਜੂਦ ਵੀ ਜਿਹੜਾ ਹੈਗਾ ਜਿਸ ਤਰੀਕੇ ਨਾਲ ਬਲਟੋਹਾ ਨੂੰ ਸ਼ੈਲਟਰ ਕਰ ਰਿਹਾ, ਉਹਨਾਂ ਨੂੰ ਨਹੀਂ ਕਰਨਾ ਚਾਹੀਦਾ। ਔਰ ਨੈਚੁਰਲੀ ਇਹ ਜਿਹੜੀ ਚੀਜ਼ਾਂ ਜਿਹੜੀਆਂ ਨੇ ਉਹ ਮਰਿਆਦਾ ਦੇ ਖਿਲਾਫ ਹੈਗੀਆਂ ਨੇ ਤੇ ਇਹ ਚੀਜ਼ਾਂ ਨਹੀਂ ਹੋਣੀ ਚਾਹੀਦੀ। ਅਸੀਂ ਵੀ ਉਹਨਾਂ ਨੂੰ ਮਿਲਣ ਗਏ ਸੀ, ਅਸੀਂ ਸਿਰਫ ਇਹੀ ਚੀਜ਼ ਸਾਂਝੀ ਕਰਨ ਗਏ ਸੀ ਕਿ ਬਿਲਕੁਲ ਜੋ ਉਹਨਾਂ ਦਾ ਸਟੈਂਡ ਆ ਉਹ ਬਿਲਕੁਲ ਠੀਕ ਹੈ। ਕੌਮ ਨੂੰ ਉਹਨਾਂ ਦੀ ਜ਼ਰੂਰਤ ਹੈ, ਉਹਨਾਂ ਨੂੰ ਲਗਾਤਾਰ ਜਿਹੜੀ ਅਗਵਾਈ ਕੌਮ ਦੀ ਉਹ ਕਰਦੀ ਰਹਿਣਾ ਚਾਹੀਦੀ ਹੈ। ਆਗੂਆਂ ਵੱਲੋਂ ਕਿਹਾ ਵੀ ਗਿਆ ਕਿ ਇਸ ਦੇ ਉੱਪਰ ਜਿਹੜੀ ਕੱਲ ਉਹਨਾਂ ਨੇ ਟੀਕਾ ਟਿੱਪਣੀ ਕੀਤੀ ਹੈ, ਇਸ ਦੇ ਉੱਪਰ ਕਾਨੂੰਨੀ ਕਾਰਵਾਈ ਵੀ ਹੋਣੀ ਚਾਹੀਦੀ ਹੈ। ਇਸ ਸੰਬੰਧ ਵਿੱਚ ਕਈ ਆਗੂਆਂ ਵੱਲੋਂ ਜਿਹੜੀ ਹੈ ਸਿਆਸੀ ਪਾਰਟੀਆਂ ਵੱਲੋਂ ਵੀ ਮੰਗ ਰੱਖੀ ਜਾ ਰਹੀ ਹੈ, ਪਰਚਾ ਦਰਜ ਹੋਣਾ ਚਾਹੀਦਾ। ਨਹੀਂ ਦੇਖੋ, ਜਾਣੀ ਕਿ ਅਸੀਂ ਇਹਨਾਂ ਨੂੰ ਕੋਈ ਸਿਆਸੀ ਤੌਰ ਤੇ ਮਿਲਣ ਨਹੀਂ ਆਏ। ਜਿਵੇਂ ਗਿੱਲ ਸਾਹਿਬ ਨਾਲ ਬੜੇ ਨਿੱਜੀ ਤੌਰ ਤੇ ਜਾਣਦੇ ਨੇ, ਐਮਐਲਏ ਜਾਣੀ ਕਿ ਬਾਣਾਵਾਲੀ ਜਿਹਨਾਂ ਨੂੰ ਬੜੀ ਤੌਰ ਤੇ ਜਾਣਦੇ, ਮੇਰਾ ਵੀ ਜਿੱਦਾਂ ਸਿੱਖ ਧਰਮ ਦੇ ਵਿੱਚ ਆਸਥਾ ਹੈਗੀ ਹੈ, ਅਸੀਂ ਇਸ ਕਰਕੇ ਉਹਨਾਂ ਨੂੰ ਮਿਲਣ ਆਏ ਆ। ਸਾਨੂੰ ਦੁੱਖ ਲੱਗਿਆ ਜਿਸ ਤਰੀਕੇ ਦਾ ਵਤੀਰਾ ਉਹਨਾਂ ਦੇ ਪ੍ਰਤੀ ਅਪਣਾਇਆ ਗਿਆ। ਹਾਂ, ਲੇਕਿਨ ਜੇਕਰ ਕਾਨੂੰਨ ਦੇ ਵਿੱਚ ਇਸ ਤਰ੍ਹਾਂ ਦਾ ਕੋਈ ਪ੍ਰੋਵੀਜ਼ਨ ਹੈਗਾ ਕਿ ਇਦਾਂ ਦੀ ਸ਼ਬਦਾਵਲੀ ਦੇ ਪ੍ਰਤੀ ਕੋਈ ਐਫਆਈਆਰ ਦਰਜ ਹੁੰਦੀ ਆ ਤਾਂ ਹੋਣੀ ਚਾਹੀਦੀ ਹੈ। ਗਰ ਸਾਹਿਬ ਕੱਲ ਉਹਨਾਂ ਨੇ ਕਿਹਾ ਸੀਗਾ ਵੀ ਮੈਂ ਹੁਣ ਅਸਤੀਫਾ ਦੇ ਰਿਹਾ, ਮੇਰੀ ਸਿਕਿਉਰਿਟੀ ਵਾਪਸ ਲਈ ਜਾਵੇ,
ਤੁਹਾਡੇ ਵੱਲੋਂ ਕੋਈ ਇਸ ਤਰ੍ਹਾਂ ਦਾ ਰੱਖਿਆ ਗਿਆ ਵੀ ਸਿਕਿਉਰਿਟੀ ਨੂੰ ਲੈ ਕੇ ਕੋਈ ਡਿਸੀਜਨ ਲਿਆ ਹੋਵੇ ਵਾਪਸ ਦੇਣੀ ਹੈ ਜਾਂ- ਨਹੀਂ, ਅਸੀਂ ਤਾਂ ਉਹਨਾਂ ਨੂੰ ਇਹੀ ਕਹਿ ਕੇ ਆਏ ਕਿ ਤੁਹਾਡੀ ਕੌਮ ਨੂੰ ਬਹੁਤ ਜ਼ਰੂਰਤ ਹੈਗੀ ਹੈ ਔਰ ਨੈਚੁਰਲੀ ਜਿਸ ਤਰੀਕੇ ਦੀ ਤੁਸੀਂ ਅਗਵਾਈ ਕਰ ਰਹੇ ਹੋ, ਅੱਜ ਕੌਮ ਜਿਸ ਮੁਕਾਮ ਦੇ ਉੱਤੇ ਖੜੀ ਹੈ, ਜਿਸ ਦੁਰਾਹੇ ਦੇ ਉੱਤੇ ਖੜੀ ਹੈ, ਤੇ ਜੇਕਰ ਤੁਹਾਡੀ ਵਰਗੀਆਂ ਸ਼ਖਸੀਅਤਾਂ ਜਿਹੜੀਆਂ ਉਹ ਲਾਂਭੇ ਹਟ ਜਾਣਗੀਆਂ ਤੇ ਨੈਚੁਰਲੀ ਉਹ ਸਿੱਖ ਕੌਮ ਲਈ, ਪੂਰੇ ਸਮਾਜ ਦੇ ਲਈ, ਪੰਜਾਬ ਦੇ ਲਈ ਉਹ ਠੀਕ ਨਹੀਂ ਹੋਏਗਾ। ਇਸ ਕਰਕੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਮਿਲਿਆ ਹੈ ਆਮ ਆਦਮੀ ਪਾਰਟੀ ਦਾ ਵਫਦ। ਤਮਾਮ ਤਸਵੀਰਾਂ ਤੁਸੀਂ ਵੇਖ ਪਾ ਰਹੇ ਇੱਕ ਕਰਕੇ ਮੁਲਾਕਾਤਾਂ ਦਾ ਦੌਰ ਲਗਾਤਾਰ ਜਾਰੀ ਹੈ। ਗੁਰਪ੍ਰੀਤ ਸਿੰਘ ਬਣਾਵਾਲੀ ਜੋ ਵਿਧਾਇਕ ਨੇ, ਮੌਜੂਦਾ ਵਿਧਾਇਕ, ਉਹਨਾਂ ਦੇ ਵੱਲੋਂ ਮੁਲਾਕਾਤ ਕੀਤੀ ਗਈ। ਇਸ ਵਿਚਾਲੇ ਨੀਲ ਗਰਗ ਆਮ ਆਦਮੀ ਪਾਰਟੀ ਦੇ ਵਿਧਾਇਕ, ਉਹਨਾਂ ਦੇ ਵੱਲੋਂ ਵੀ ਮੁਲਾਕਾਤ ਜਥੇਦਾਰ ਸਾਹਿਬ ਦੇ ਨਾਲ ਕੀਤੀ ਗਈ। ਹਾਲਾਂਕਿ ਇਸ ਗੱਲ ਦਾ ਜ਼ਿਕਰ ਕੀਤਾ ਗਿਆ ਕਿ ਜੋ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਉਹ ਚੜ੍ਹਦੀ ਕਲਾ 'ਚ ਨੇ। ਜਿਸ ਕਿਸਨੇ ਵੀ ਕੱਲ ਜੋ ਵੀਡੀਓ ਜਥੇਦਾਰ ਸਾਹਿਬ ਦੀ ਵੇਖੀ, ਹਰ ਕਿਸੇ ਦੀਆਂ ਅੱਖਾਂ ਨਮ ਹੋ ਗਈਆਂ। ਜੋ ਸੰਗਤ ਹੈ ਉਹ ਕਿਤਨਾ ਕਿਤੇ ਉਸ ਦੀਆਂ ਇਸ ਬਾਬਤ ਵੱਡਾ ਰੋਸ ਪਾਇਆ ਜਾ ਰਿਹਾ ਹੈ ਤੇ ਸ਼੍ਰੋਮਣੀ ਅਕਾਲੀ ਦਲ ਤੇ ਐਸਜੀਪੀਸੀ ਦੀ ਚੁੱਪੀ ਤੇ ਵੀ ਕਈ ਤਰ੍ਹਾਂ ਦੇ ਸਵਾਲੀਆ ਨਿਸ਼ਾਨ ਆਮ ਆਦਮੀ ਪਾਰਟੀ ਦੇ ਵੱਲੋਂ ਵੀ ਖੜੇ ਕੀਤੇ ਗਏ। ਹਾਲਾਂਕਿ ਵੱਖ-ਵੱਖ ਤਰ੍ਹਾਂ ਦੇ ਇਲਜ਼ਾਮ ਜੋ ਨੇ ਉਹ ਲਗਾਏ ਜਾ ਰਹੇ ਨੇ। ਇਸ ਤੋਂ ਪਹਿਲਾਂ ਅਸੀਂ ਵੇਖਿਆ ਸੀ ਕਿ ਕਿਸ ਤਰੀਕੇ ਦੇ ਨਾਲ तमाम ਜੋ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦੇ तमाम ਆਗੂ ਸੀ ਉਹ ਇੱਥੇ ਪਹੁੰਚੇ ਸੀ, ਮੁਲਾਕਾਤ ਕੀਤੀ ਗਈ ਸੀ। ਹੁਣ ਜੋ ਨੇ ਅੰਦਰ ਬਲਵਿੰਦਰ ਸਿੰਘ ਭੂੰਦੜ ਮੌਜੂਦ ਨੇ, ਗੱਲਬਾਤ ਕੀਤੀ ਜਾ ਰਹੀ ਹੈ। ਇੱਕ ਨਿਮਾਣੇ ਸਿੱਖ ਦੇ ਵਜੋਂ ਜਥੇਦਾਰ ਸਾਹਿਬ ਦੇ ਸਮੁਖ ਪੇਸ਼ ਹੋਏ ਨੇ। ਗੱਲਬਾਤ ਦਾ ਦੌਰ ਲਗਾਤਾਰ ਜਾਰੀ ਹੈ। ਵੇਖਣਾ ਹੋਏਗਾ ਕਿ ਮੀਟਿੰਗ ਤੋਂ ਬਾਅਦ, ਮੁਲਾਕਾਤ ਤੋਂ ਬਾਅਦ ਬਾਹਰ ਆ ਕੇ ਕੀ ਕੁਝ ਗੱਲਬਾਤ ਮੀਡੀਆ ਦੇ ਨਾਲ ਉਹਨਾਂ ਦੇ ਵੱਲੋਂ ਸਾਂਝੀ ਕੀਤੀ ਜਾਂਦੀ ਹੈ। ਜ਼ਾਹਰ ਜੀ ਗੱਲ ਹੈ ਕਿ ਅਪੀਲ ਉਹਨਾਂ ਦੇ ਵੱਲੋਂ ਵੀ ਕੀਤੀ ਜਾ ਰਹੀ ਹੋਣੀ ਹੈ ਕਿ ਜੋ ਰੈਜ਼ਿਗਨੇਸ਼ਨ ਅਸਤੀਫਾ ਉਹਨਾਂ ਦੇ ਵੱਲੋਂ ਦਿੱਤਾ ਗਿਆ ਸੀ ਉਸ ਨੂੰ ਵਾਪਸ ਲਿਆ ਜਾਏ। ਤੇ ਇਸ ਵਿਚਾਲੇ ਕੱਲ ਵੱਡੇ ਇਲਜ਼ਾਮ ਜੋ ਨੇ ਉਹ ਲਗਾਏ ਗਏ ਸੀ ਜਥੇਦਾਰ ਸਾਹਿਬ ਦੇ ਵੱਲੋਂ। ਇੱਥੇ ਤੱਕ ਕਹਿ ਦਿੱਤਾ ਗਿਆ ਸੀ ਕਿ ਜੋ ਬਿਰਸਾ ਸਿੰਘ ਬਲਟੋਹਾ ਦੇ ਵੱਲੋਂ ਬਿਆਨਬਾਜ਼ੀ ਕੀਤੀ ਜਾ ਰਹੀ ਹੈ ਉਸ ਦੇ ਪਿੱਛੇ ਸ਼੍ਰੋਮਣੀ ਅਕਾਲੀ ਦਲ ਦਾ ਸੋਸ਼ਲ ਮੀਡੀਆ ਵਿੰਗ ਹੈ ਤੇ ਕਿਤੇ ਨਾ ਕਿਤੇ ਦਖਲਅੰਦਾਜ਼ੀ ਕਿਸੇ ਦੇ ਵੱਲੋਂ ਨਹੀਂ ਕੀਤੀ ਗਈ। ਇਸ ਗੱਲ ਦਾ ਵੀ ਜ਼ਿਕਰ ਜਥੇਦਾਰ ਸਾਹਿਬ ਦੇ ਵੱਲੋਂ ਕੀਤਾ ਗਿਆ ਸੀ। ਗੱਲ ਕਰਾਂਗੇ ਚੰਡੀਗੜ੍ਹ ਦੀ। ਚੰਡੀਗੜ੍ਹ 'ਚ ਐਨਡੀਏ ਦੀ ਬੈਠਕ ਲਗਾਤਾਰ ਜਾਰੀ ਹੈ। ਐਨਡੀਏ ਸ਼ਾਸਿਤ ਸੂਬਿਆਂ ਦੇ ਸੀਐਮਸ ਤੇ ਡਿਪਟੀ ਸੀਐਮਸ ਇਸ ਮੀਟਿੰਗ ਸ਼ਾਮਲ ਨੇ ਤੇ ਚਰਚਾ ਕੀਤੀ ਜਾ ਰਹੀ ਹੈ। ਪੀਐਮ ਨਰਿੰਦਰ ਮੋਦੀ ਦੀ ਅਗਵਾਈ 'ਚ ਮੀਟਿੰਗ ਕੀਤੀ ਜਾ ਰਹੀ ਹੈ, ਚਰਚਾ ਕੀਤੀ ਜਾ ਰਹੀ ਹੈ, ਵੱਡੀ ਬੈਠਕ ਹੈ। ਇਸ ਤੋਂ ਪਹਿਲਾਂ ਜਿਸ ਦੀ ਗੱਲ ਕਰੀਏ ਤੇ ਸਾਰੇ ਹੀ तमाम ਜੋ ਆਗੂ ਨੇ, तमाम ਦਿਗਗਜ ਨੇ ਪੰਚਕੂਲਾ ਦੇ ਸੈਕਟਰ 5 ਦੁਸ਼ਹਿਰਾ ਗਰਾਊਂਡ ਉੱਤੇ ਇਕੱਠੇ ਹੋਏ ਸੀ ਤੇ ਜੋ ਨਾਇਬ ਸਿੰਘ ਸੈਣੀ ਦਾ ਸਹੁੰ ਚੁੱਕ ਸਮਾਗਮ ਸੀ, तमाम ਵਜ਼ਾਰਤ ਦੇ ਵੱਲੋਂ ਜੋ ਹੈ ਹਲਫ ਲਿਆ ਗਿਆ। ਇਸ ਤੋਂ ਬਾਅਦ जो चंडीगढ़ का ललित होटल है, आईटी पार्क है, जिथे उत्थे जो मीटिंग है लगातार जारी है। पीएम नरेंद्र मोदी की अगवाई च मीटिंग बैठक हो रही है। इस विचाले तमाम तस्वीरें सामने आई सी किवें जो सुनील जाखड़ ने पंजाब बीजेपी प्रधान कई देर तो एक्टिव नहीं सी, वो भी एक्टिव होंदे हुए नजर आए। एक एक करके तमाम जो आगू उत्थे पहुंच रहे सी, गुलदस्ता दे के उन्हां दा वेलकम जो है वो सुनील जाखड़ दे वल्लों कीता जा रहा सी। इस तो पहला भी जो सुनील जाखड़ पंजाब बीजेपी प्रधान ने वो चंडीगढ़ एयरपोर्ट ते उत्थे पहुंचे सी पीएम नरेंद्र मोदी नूं रिसीव करन दे लई। हुण आज जो बैठक है, मीटिंग है, लगातार जारी है। तमाम जो सीएम्स इनवाइटेड सी बीजेपी शासित सूबियां दे वो सहुं चुक समागम च भी शामिल होए सी। तमाम डिप्टी सीएम भी उत्थे पहुंचे सी, वड्डे वड्डे दिग्गज, वड्डे वड्डे चेहरे, वड्डे वड्डे आगू भी उत्थे पहुंचे सी। ते उस तो बाद सहुं चुक समागम जदों नेपरे चढ़िया ते उस तो बाद ललित होटल्स चंडीगढ़ दा उत्थे आज मीटिंग है पीएम नरेंद्र मोदी की अगवाई च हो रही है। ਅੱਗੇ ਵਧਾਂਗੇ ਤੇ ਗੱਲ ਕਰਾਂਗੇ ਪੰਜਾਬ ਬੀਜੇਪੀ ਪ੍ਰਧਾਨ ਸੁਨੀਲ ਜਾਖੜ ਦੀ ਮੁੜ ਤੋਂ ਐਕਟਿਵ ਹੋਏ ਨੇ। ਸੁਨੀਲ ਜਾਖੜ ਚੰਡੀਗੜ੍ਹ 'ਚ ਐਨਡੀਏ ਦੀ ਮੀਟਿੰਗ ਦੇ ਲਈ ਸੁਨੀਲ ਜਾਖੜ ਪਹੁੰਚੇ ਤੇ ਇਸ ਤੋਂ ਪਹਿਲਾਂ ਜਿਸ ਜ਼ਿਕਰ ਕਰੀਏ ਤੇ ਚੰਡੀਗੜ੍ਹ 에ਅਰਪੋਰਟ ਤੇ ਵੀ ਪਹੁੰਚੇ ਸੀ ਤੇ ਪੀਐਮ ਨਰਿੰਦਰ ਮੋਦੀ ਨੂੰ ਉਹਨਾਂ ਦੇ ਵੱਲੋਂ ਰਿਸੀਵ ਕੀਤਾ ਗਿਆ। ਰਾਜਨਾਥ ਸਿੰਘ ਦਾ ਵੀ ਉਹਨਾਂ ਦੇ ਵੱਲੋਂ ਸਵਾਗਤ ਕੀਤਾ ਗਿਆ। ਪਹਿਲਾਂ 에ਅਰਪੋਰਟ ਤੇ ਪੀਐਮ ਨਰਿੰਦਰ ਮੋਦੀ ਦਾ ਵੈਲਕਮ ਕਰਦੇ ਹੋਏ ਵੇਖੇ ਗਏ। ਜਾਖੜ ਦੀ ਨਾਰਾਜ਼ਗੀ ਦੀਆਂ ਚੱਲ ਰਹੀਆਂ ਸੀ ਅਫਵਾਹਾਂ ਤੇ ਪਹਿਲੇ ਉਹ ਐਕਟਿਵ ਨਹੀਂ ਸੀ ਤੇ ਹੁਣ कई दिनों के बाद, इनफैक्ट कई महीनों के बाद सुनील जाखड़ एक्टिव होते हुए नजर आए। हालांकि क्यासराइयां आ भी चल रही सी कि सुनील जाखड़ के वालों पंजाब बीजेपी के अहुदे तो अस्तीफा जो है वो दे दिता गया सी, पर इस विचाले पंजाब बीजेपी इंचार्ज विजय रूपाणी सामने आए। उन्होंने वालों कहा गया कि निजी कामों करके सुनील जाखड़ जो ने वो व्यस्त ने। हुण तमाम तस्वीरां चंडीगढ़ दी तमाम तस्वीरां ललित होटल दियां जिथे कि सुनील जाखड़ पंजाब बीजेपी प्रधान नजर आ रहे हैं ते जो तमाम सीएम्स मीटिंग शामिल होने लिए उत्थे पहुंचे तो एक एक करके गुलदस्ता दे के कितना किते उन्हां दा स्वागत सुनील जाखड़ दे वल्लों कीता गया।
ਹੁਣ ਗੱਲ ਕਰਾਂਗੇ ਨਾਇਬ ਸਿੰਘ ਸੈਣੀ ਦੀ। ਨਾਇਬ ਸਿੰਘ ਸੈਣੀ ਨੇ ਹਰਿਆਣਾ ਦੇ ਸੀਐਮ ਵਜੋਂ ਹਲਫ ਲੈ ਲਿਆ ਹੈ। ਸੈਣੀ ਨੇ ਲਗਾਤਾਰ ਦੂਜੀ ਵਾਰ ਸੀਐਮ ਵਜੋਂ ਹਲਫ ਲਿਆ, ਸਹੁੰ ਚੁੱਕੀ। 11 ਕੈਬਨਿਟ ਮੰਤਰੀਆਂ ਅਤੇ 2 ਰਾਜ ਮੰਤਰੀਆਂ ਦੇ ਵੱਲੋਂ ਵੀ ਹਲਫ ਓਥ ਲਈ ਗਈ। ਅਨਿਲ ਵਿਜ ਨੇ ਕੈਬਨਿਟ ਮੰਤਰੀ ਵਜੋਂ ਹਲਫ ਲਿਆ। ਇਸ ਦੇ ਨਾਲ ਹੀ ਕ੍ਰਿਸ਼ਨ ਪਵਾਰ, ਰਾਵ ਨਬਰਦੀਪ ਸਿੰਘ ਵੀ ਮੰਤਰੀ ਬਣੇ ਨੇ। ਮਹੀਪਾਲ ਢਾਂਡਾ ਨੂੰ ਵੀ ਸੈਣੀ ਕੈਬਨਿਟ ਦੀ ਥਾਂ ਮਿਲੀ ਹੈ। ਵਿਪੁਲ ਗੋਇਲ, ਅਰਵਿੰਦ ਸ਼ਰਮਾ ਮੰਤਰੀ ਬਣੇ ਨੇ। ਸ਼ਾਮ ਸਿੰਘ ਰਾਣਾ, ਰਣਬੀਰ रंगवा भी कैबिनेट हिस्सा बने ने। कृष्ण बेदी, श्रुति चौधरी मंत्री बने ने। आरती राव ने मंत्री वजों हलफ लिया है तो गौरव गौतम राज मंत्री वजों आजाद कार्यभार इंडिपेंडेंट चार्ज दिता गया है। इस विचाले राजेश नागर नूं राज मंत्री वजों आजाद कार्यभार दिता गया है। पीएम नरेंद्र मोदी सहुं चुक समागम शामिल होए। इस नाल ही अमित शाह, राजनाथ सिंह, नितिन गडकरी मंच ते मौजूद थे, जबकि हलफ तमाम आगुआं दे ਵੱਲੋਂ ਲਿਆ ਜਾ ਰਿਹਾ ਸੀ। ਐਨਡੀਏ ਸ਼ਾਸਿਤ ਸੂਬਿਆਂ ਦੇ ਸੀਐਮਸ ਅਤੇ ਡਿਪਟੀ ਸੀਐਮਸ ਵੀ ਸਮਾਗਮ 'ਚ ਮੌਜੂਦ ਸੀ। ਓਥ ਉਹਨਾਂ ਦੇ ਵੱਲੋਂ ਲਈ ਗਈ ਤੇ ਵੱਖ-ਵੱਖ ਤਸਵੀਰਾਂ। ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੇ ਵੱਲੋਂ ਹਲਫ ਲਿਆ ਗਿਆ। ਅਨਿਲ ਵਿਜ ਜੋ 7 ਵਾਰ ਦੇ ਵਿਧਾਇਕ ਨੇ, ਉਹਨਾਂ ਨੇ ਕੈਬਨਿਟ ਮੰਤਰੀ ਵਜੋਂ ਹਲਫ ਲਿਆ। ਰਾਵ ਨਰਬੀਰ ਸਿੰਘ ਹਲਫ ਲੈਂਦੇ ਹੋਏ ਵਿਖਾਈ ਦੇ ਰਹੇ ਨੇ। ਵਿਪੁਲ ਗੋਇਲ ਦੇ ਵੱਲੋਂ ਹਲਫ ਲਿਆ ਗਿਆ। तमाम ਤਸਵੀਰਾਂ। ਰਣਬੀਰ ਸਿੰਘ ਰੰਗਾਵਾ, ਕ੍ਰਿਸ਼ਨ ਕੁਮਾਰ ਬੇਦੀ, ਗੌਰਵ ਗੌਤਮ ਤੇ ਇਸ ਦੇ ਵਿਚਾਲੇ राजेश नागर दे वालों भी हलफ लिया गया। श्रुति चौधरी, आरती राव, अरविंद शर्मा ने वालों भी हलफ लिया। Indian origin journalists who are being intimidated in Canada, and several of these instances have come to light in the recent past. I would only like to say that these are clear examples of intimidation and violence by those who openly espouse extremist and separatist ideology. It is also an example, or these are also examples of what afflicts Canada today and which reveals the sources of violence. Shifting the blame to India does not work in any manner. Ajay, you had a question regarding the US State Department informing us that the individual who was named in the Justice Department indictment is no longer an employee of the Government of India. Yes, I confirm that he's no longer an employee of the Government of India. Question on CBC. See, we have made our position very clear that serious charges have been leveled against us. Few days back, and it was reiterated yet again yesterday or today morning, earlier hours this morning. So far, Canada has not given any evidence in support of the very serious allegations that they've leveled against India and against Indian diplomats. We also see there is a pattern. The pattern is motivated by political considerations on the part of the Canadian Trudeau government, and there is also, as we have said, there's a clear pattern to smear India for reasons best known to them. I would also like to tell you that please look at several of these statements, that it's a very detailed statements that we've released, giving exactly what our position is, why we think that these are politically motivated, and why we think that these allegations are baseless. प्रत्यर्पण को लेके मैंने बताया जैसे कि 26 एक्स्ट्रेडिशन केसेस पेंडिंग हैं। उन 26 के अलावे प्रोविजनल अरेस्ट की इंफॉर्मेशन जो हम लोग म्यूचुअल लीगल असिस्टेंस ट्रीटी के तहत मांगते हैं, उसमें भी कई एक सारे मामले वहाँ पर कनाडा में पेंडिंग हैं। और जैसा कि मैंने बताया कि 5 लोग, अपराधी लोग जो जिनके खिलाफ हम लोगों ने मांगा है, भगौड़े हैं, मांगा है कि इनका एक्स्ट्रेडिशन होना चाहिए, प्रत्यर्पण होना चाहिए। उनका नाम मैंने लिया आपके लिए: गुरजीत सिंह, गुरजिंदर सिंह, गुरप्रीत सिंह, लखबीर सिंह लंडा और अर्शदीप सिंह गिल। इसमें से वो भी लोग हैं जो ये जो गैंग्स हैं, लॉरेंस बिश्नोई गैंग हो अथवा कोई और गैंग है, उसके भी मेंबर्स इसमें शामिल हैं। जहाँ तक जो गिरफ्तारी की बात की आपने, काउंसलर एक्सेस की बात की, काउंसलर एक्सेस जैसे मैंने पहले बताया था कि हम लोगों को अभी काउंसलर एक्सेस हमने मांगा नहीं है, उनकी तरफ से रिक्वेस्ट आता है तो फिर दिया जाता है, काउंसलर एक्सेस लिया जाता है।
मांगा था और उस केस में क्या हुआ था? कितनी बार हमने रिक्वेस्ट किया था हरदीप सिंह निज्जर के प्रत्यर्पण को लेकर? हरदीप सिंह निज्जर प्रत्यर्पण वाले सूची में नहीं है, किसी और मामले में उस पर उन पे चार्जेस लगे होंगे। प्रत्यर्पण के सूची में हरदीप सिंह। Samira, your question regarding the diplomats, Indian diplomats who will be coming back from Canada. We have a High Commissioner. Along with him, there are 5 other diplomats who will be returning. The Canadian government has said that they should return by 19th of October, 11:59 p.m. For various reasons, we don't want to reveal their names to you. Also regarding the Singapore meeting, yes, the Singapore meeting, yes, had happened, and some exchanges had taken place. I don't have anything further to share about that particular meeting. Sudhi? Sir, Sudhi Ranjan from Bloomberg. So adding on to Ajay's question, if you could give us an understanding as to who the Indian official, India has sacked, and can you confirm or deny? Is it, following the investigation on the thwarted, assassination attempt on Panun? Also, could you give us an understanding as to who has gone to the United States, in this regard? What is the level of officers? What is the kind of information that is being exchanged with the United States? Siddhant. So Siddhant from Beyond. During the EM's visit to Islamabad, we saw a lot of ex-foreign ministers, the foreign ministers and politicians, the ex-foreign minister Bilawal Bhutto, commenting on talks with India. They're saying that India should talk. What is the current view of the Indian government? Any plans to have conversation? Do you see the EM's visit opening a window of opportunity for talks between Pakistan and India? सर, KM शर्मा, भारत एक्सप्रेस से। यूएस का एक स्टेटमेंट आया है कि इंडिया शुड टेक द एलिगेशन ऑफ कनाडा वेरी सीरियसली। इसका सर क्या मतलब? मधु। सर, मधुरेंद्र, मैं न्यूज स्टेशन से। मेरा भी सवाल पाकिस्तान से जुड़ा है कि EM की विजिट के दौरान क्या साइड लाइन में कोई बातचीत पाकिस्तान की किसी प्रतिनिधि से हुई? बातचीत हुई तो उसका मसला क्या था, किन मुद्दों पर बातचीत हुई, और क्या भारत और पाकिस्तान के संबंधों को वापस पटरी पर लाने की कोई पहल भारत की तरफ से की गई है? एक सवाल और मेरा जुड़ा हुआ है, लॉरेंस बिश्नोई को लेकर आपने कहा कि उनके भी दरअसल जो गैंग के गुर्गे हैं, लोग हैं, उनको लेकर भी एक्स्ट्राडिशन की मांग हमने की है। तो ये कौन है दरअसल, और किस तरह के क्रिमिनल चार्जेस उस गिरोह पर है जिसको लेकर हमने मांग की? सर, ब्रह्म प्रकाश हूँ, न्यूज़ इंडिया से। मेरा सवाल है कि कनाडा के प्रधानमंत्री ने जिस तरह से मीडिया में कहा है कि G20 के दौरान भारतीय प्रधानमंत्री के समक्ष उन्होंने निज्जर हत्या मामले की बात की थी, और भारतीय प्रधानमंत्री ने उनसे कहा था कि कनाडा में कुछ लोग हैं जिनको वो गिरफ्तार होते हुए देखना चाहते हैं। तो कितने लोग हैं भारत की लिस्ट में? क्या जो अभी आपने नाम बताया वही लोग हैं, जो भारतीय प्रधानमंत्री ने कहा जिनको अरेस्ट होते हुए देखना चाहते हैं? कितनी है उनकी संख्या? थैंक यू। Okay, first Sudhi, I'll come to your question on, I just confirmed that yes, this particular gentleman, he is not part of the Government of India setup, he's not an employee. Beyond that, I don't have anything to share with you. Regarding people who've gone to the United States, I would say that these are members of the high-level inquiry committee that had been set up in November of 2023 to look into the inputs that were shared with us by the US, and we have been telling you that we have taken these inputs very seriously, and we remained engaged with the US side on this particular matter. 2 members of the high-level committee, they've traveled there and they've held meetings with the US side. So that is what I have to share with you. Siddhant, on Pakistan, we had, when
our External Affairs Minister was to travel to Pakistan, Islamabad for SCO meeting. We had made it very clear. We had issued a statement that a press release rather, that this particular visit is for SCO head of government meeting. Beyond that, in Islamabad, you would have seen the only bilateral meeting that our External Affairs Minister had was with Mongolia. Other than that, there were some pleasantries which were exchanged on the sidelines of the meeting, especially during lunch and dinner. That is all that we have to say about his visit as in relation to what